प्यारे विद्यार्थियों, यूट्यूब चैनल सोशियो क्लासिस विच तुहाडा स्वागत है। अज असी अपने इस वीडियो विच पवन हरचंदपुरी दी कविता गुरु उपदेश नूं डिस्कस करन जा रहे हाँ, जो कि इस तरह है। दसे गुरुआं सिੱਖੀ दी जोत बाली, रोशन शमा ਇਹ ਰਹੂਗੀ जग अंदर, ਨੂਰੀ बालू चिराग ਇਹ सोच अंदर, सूरज वांग लिशकाएगी मन मंदर। प्रसंग ਇਹ ਕਾਵਿ ਸਤਰਾਂ ਸਾਹਿਤਿਕ ਕਿਰਨਾਂ भाग दूजा पाठ पुस्तक विच दर्ज कविता गुरु उप विचों लईआं गईआं हन। इस दे कवि पवन हरचंदपुरी जी हन। ਇਹ ਉਹਨਾਂ ਦੇ महाकाव्य जन्म ए खालसा इतिहास ਦਾ विलखण दस्तावेज विचों लईआं गईआं हन। ਇਹ कविता इस महाकाव्य ਦਾ 22ਵਾਂ ਸਰਗ है। इस कविता विच खालसे ਦੀ साजना तो बाद उस ਨੂੰ ਉਸ ਦੇ ਕਰਤੱਵਾਂ ਤੋਂ ਸੁਚੇਤ ਕਰਵਾਇਆ ਗਿਆ ਹੈ। ਇਸ ਦੇ ਨਾਲ ਹੀ ਖਾਲਸੇ ਦੇ ਅਸੂਲਾਂ ਤੇ ਪਹਿਰਾ ਦੇਣ ਲਈ ਵੀ ਕਿਹਾ ਗਿਆ ਹੈ। ਵਿਆਖਿਆ ਇਹਨਾਂ ਸਤਰਾਂ ਵਿੱਚ ਕਵੀ ਕਹਿੰਦਾ ਹੈ ਕਿ ਸਿੱਖ ਧਰਮ ਦੇ 10 ਗੁਰੂਆਂ ਨੇ ਸਿੱਖੀ ਦੀ ਜੋਤ ਜਗਾਈ ਹੈ। ਇਹ ਜੋਤ ਰੂਪੀ ਸ਼ਮਾ ਇਸ ਜੱਗ ਅੰਦਰ ਹਮੇਸ਼ਾ ਜਲਦੀ ਰਹੇਗੀ ਅਤੇ ਇਹੀ ਜੋਤ ਸਾਡੀ ਸੋਚ ਅੰਦਰ ਨੂਰੀ ਚਿਰਾਗ ਵੀ ਬਾਲੇਗੀ ਅਤੇ ਸੂਰਜ ਵਾਂਗ ਸਾਡੇ ਮਨ ਮੰਦਰ ਨੂੰ ਰੋਸ਼ਨਾਏਗੀ ਵੀ। ਰਹਿਮ ਕਰਮ ਤੇ ਧਰਮ ਦੀ ਸਾਂਝ ਗੂੜੀ, ਕਦੇ ਤੋੜਨੀ ਨਹੀਂ ਤੁਸੀਂ ਮੂਲ ਸਿੰਘੋ। ਇਹਨਾਂ ਸਤਰਾਂ ਵਿੱਚ ਕਵੀ ਕਹਿੰਦਾ ਹੈ ਕਿ ਰਹਿਮ ਕਰਮ ਤੇ ਧਰਮ ਦੀ ਸਾਂਝ ਹਮੇਸ਼ਾ ਹੀ ਚਲਦੀ ਆ ਰਹੀ ਹੈ ਤੇ ਬਹੁਤ ਹੀ ਗੂੜੀ ਹੈ। ਕਵੀ ਇਹ ਫਰਮਾਉਂਦੇ ਹਨ ਕਿ ਹੇ ਸਿੰਘੋ, ਤੁਸੀਂ ਇਸ ਨੂੰ ਕਦੇ ਵੀ ਨਹੀਂ ਤੋੜਨਾ, ਭਾਵ ਕਿ ਰਹਿਮ ਕਰਮ ਤੇ ਧਰਮ ਦੀ ਸਾਂਝ ਹਮੇਸ਼ਾ ਬਣੀ ਰਹੇ। ਸਾੜ ਦੇਵੇ ਇਹ ਅੱਗ ਘਰ ਆਪਣੇ ਵੀ, ਦੇਣੀ ਅੱਗ ਨੂੰ ਕਦੇ ਨਾ ਤੂਲ ਸਿੰਘੋ। ਇਹਨਾਂ ਸਤਰਾਂ ਵਿੱਚ ਕਵੀ ਕਹਿੰਦਾ ਹੈ ਕਿ ਹੰਕਾਰ ਦੀ ਅੱਗ ਤਾਂ ਆਪਣੇ ਘਰ ਨੂੰ ਵੀ ਸਾੜ ਦਿੰਦੀ ਹੈ, ਇਸ ਕਰਕੇ ਤੁਸੀਂ ਇਸ ਤੋਂ ਦੂਰ ਹੀ ਰਹਿਣਾ ਅਤੇ ਇਸ ਨੂੰ ਭੜਕਾਉਣਾ ਨਹੀਂ। ਇਸ ਤਰ੍ਹਾਂ ਰਹਿਮ ਕਰਮ ਤੇ ਧਰਮ ਦੀ ਸਾਂਝ ਦੇ ਵਿੱਚ ਹੀ ਬਣੇ ਰਹਿਣਾ। ਗਰਮੀ ਸੋਚ ਤੇ ਭਾਰੂ ਨਾ ਹੋਣ ਦੇਣੀ, ਤਾਈਓ ਰਹੂਗੀ ਹੋਸ਼ ਵਿੱਚ ਸੋਚ ਸਿੰਘੋ। ਇਹਨਾਂ ਸਤਰਾਂ ਵਿੱਚ ਕਵੀ ਦਾ ਕਹਿਣਾ ਹੈ ਕਿ ਆਪਣੀ ਸੋਚ ਦੇ ਉੱਪਰ ਕਦੇ ਵੀ ਗੁੱਸਾ ਹਾਵੀ ਨਹੀਂ ਹੋਣ ਦੇਣਾ, ਤਾਂ ਹੀ ਹੋਸ਼ ਦੇ ਵਿੱਚ ਤੁਹਾਡੀ ਸੋਚ ਬਣੀ ਰਹੇਗੀ। ਗਰਮੀ ਆਵੇ ਜੇ ਸੋਚ ਨੂੰ ਲੂਣ ਵਾਲੀ, ਐਸੀ ਗਰਮੀ ਨੂੰ ਲਿਓ ਫਿਰ ਬੋਝ ਸਿੰਘੋ। ਇਹਨਾਂ ਸਤਰਾਂ ਵਿੱਚ ਕਵੀ ਕਹਿੰਦਾ ਹੈ ਕਿ ਜੇ ਕਦੇ ਤੁਹਾਡੀ ਸੋਚ ਨੂੰ ਖਤਮ ਕਰਨ ਵਾਲੀ ਗਰਮੀ ਆ ਜਾਵੇ, ਭਾਵ ਕਿ ਅਜਿਹਾ ਗੁੱਸਾ ਆ ਜਾਵੇ ਜੋ ਤੁਹਾਡੀ ਸੋਚ ਨੂੰ ਖਤਮ ਕਰਨ ਵਾਲਾ ਹੋਵੇ, ਤਾਂ ਤੁਸੀਂ ਅਜਿਹੀ ਗਰਮੀ ਨੂੰ ਬੋਝ ਲੈਣਾ ਹੈ, ਇਸ ਤੋਂ ਆਪਣੇ ਆਪ ਨੂੰ ਬਚਾ ਲੈਣਾ ਹੈ। ਆਪਣੀ ਕਿਰਤ ਚੋਂ ਕੱਢ ਦਸੌਂਦ ਦਸਵਾਂ, ਲੋੜਵੰਦਾਂ ਦੇ ਲੇਖੇ ਹੈ ਲਾ ਦੇਣਾ। ਇੱਥੇ ਕਵੀ ਕਹਿੰਦਾ ਹੈ ਕਿ ਆਪਣੀ ਕਿਰਤ ਕਮਾਈ ਦੇ ਵਿੱਚੋਂ 10ਵਾਂ ਹਿੱਸਾ ਦਸੌਂਦ ਕੱਢਣਾ ਹੈ ਤੇ ਉਹਨਾਂ ਨੂੰ ਲੋੜਵੰਦਾਂ ਨੂੰ ਦੇ ਦੇਣਾ ਹੈ, ਜਿਨ੍ਹਾਂ ਨੂੰ ਜ਼ਰੂਰਤ ਹੋਵੇ ਉਹਨਾਂ ਦਾ ਭਲਾ ਕਰਨਾ ਹੈ। ਭੁੱਖ ਕੋਈ ਦੁਆਰੇ ਆ ਟੁੱਕ ਮੰਗੇ, ਭੋਜਨ ਉਸ ਤਾਈਂ ਤੁਸੀਂ ਛਕਾ ਦੇਣਾ। ਜੇਕਰ ਤੁਹਾਡੇ ਦਰਵਾਜ਼ੇ 'ਤੇ ਆ ਕੇ ਕੋਈ ਭੁੱਖਾ ਕੁਝ ਮੰਗਦਾ ਹੈ ਤਾਂ ਉਸ ਨੂੰ ਤੁਸੀਂ ਭੋਜਨ ਛਕਾ ਦੇਣਾ, ਉਸ ਦੀ ਜ਼ਰੂਰਤ ਪੂਰੀ ਕਰ ਦੇਣੀ ਹੈ। ਉੱਚਾ ਨੀਵਾਂ ਨਾ ਕੋਈ ਵੀ ਜਗ ਅੰਦਰ, ਇੱਕੋ ਨੂਰ ਇਲਾਹੀ ਦੇ ਨੇ ਸਭ ਬੰਦੇ। ਇੱਥੇ ਕਵੀ ਦੱਸਦਾ ਹੈ ਕਿ ਇਸ ਜੱਗ ਦੇ ਅੰਦਰ ਕੋਈ ਵੀ ਉੱਚਾ ਨੀਵਾਂ ਨਹੀਂ ਹੈ, ਸਾਰੇ ਉਸ ਪਰਮਾਤਮਾ ਦੇ ਨੂਰ ਹਨ ਅਤੇ ਸਾਰੇ ਹੀ ਇੱਕ ਦੂਜੇ ਦੇ ਬਰਾਬਰ ਹਨ। ਸਾਰੇ ਵਿਅਕਤੀ ਇੱਕੋ ਨੂਰ ਤੋਂ ਹੀ ਪੈਦਾ ਹੋਏ ਹਨ। ਬੰਦੇ ਰੱਬ ਦੇ ਸਮਝ ਕੇ ਪਿਆਰ ਕਰਨਾ, ਨਾ ਬੋਲ ਬੋਲਣੇ ਕਿਸੇ ਨੂੰ ਵੀ ਮੰਦੇ। ਇਸ ਤਰ੍ਹਾਂ ਸਾਰੇ ਬੰਦੇ ਇੱਕੋ ਜਿਹੇ ਹਨ ਅਤੇ ਸਭ ਨੂੰ ਹੀ ਰੱਬ ਦੇ ਬੰਦੇ ਸਮਝ ਕੇ ਪਿਆਰ ਕਰਨਾ ਹੈ ਅਤੇ ਕਿਸੇ ਨੂੰ ਵੀ ਮੰਦਾ ਨਹੀਂ ਬੋਲਣਾ। ਗਊ ਗਰੀਬ ਤੇ ਔਰਤ ਦੀ ਕਰੋ ਰਾਖੀ, ਜਬਰ ਜ਼ੁਲਮ ਦੇ ਕਦੀ ਨਹੀਂ ਰਾਹ ਪੈਣਾ। ਇਸ ਤਰ੍ਹਾਂ ਤੁਸੀਂ ਗਊ ਗਰੀਬ ਅਤੇ ਔਰਤ ਦੀ ਰਾਖੀ ਕਰਨੀ ਹੈ ਅਤੇ ਜਬਰ ਜ਼ੁਲਮ ਕਿਸੇ ਦੇ ਨਾਲ ਧੱਕਾ ਨਹੀਂ ਕਰਨਾ। ਲਾਲਚ ਵਿੱਚ ਆ ਧੀਆਂ ਵੇਚਣਾ ਨਾ, ਮੂੰਹੋਂ ਮੰਗ ਕੇ ਕਦੇ ਨਾ ਦਾਜ ਲੈਣਾ। ਇਸ ਤਰ੍ਹਾਂ ਕਵੀ ਦੱਸਦਾ ਹੈ ਕਿ ਸਾਨੂੰ ਕਦੇ ਵੀ ਲਾਲਚ ਵਿੱਚ ਆ ਕੇ ਆਪਣੀਆਂ ਧੀਆਂ ਨੂੰ ਵੇਚਣਾ ਨਹੀਂ ਚਾਹੀਦਾ ਅਤੇ ਕਦੇ ਵੀ ਮੂੰਹ ਮੰਗ ਕੇ ਦਾਜ ਵੀ ਨਹੀਂ ਲੈਣਾ। ਇਸ ਤਰ੍ਹਾਂ ਦਾਜ ਵਰਗੀ ਸਮਾਜਿਕ ਬੁਰਾਈ ਦੇ ਖਿਲਾਫ ਵੀ ਕਵੀ ਸਿੱਖਿਆ ਦਿੰਦਾ ਹੈ। ਫਸਤਾ ਜ਼ੁਲਮ ਦਾ ਵੱਢਣਾ ਹੈ ਜਿਸਨੇ, ਐਸਾ ਰੂਪ ਸ਼ਿੰਗਾਰਿਆ ਖਾਲਸੇ ਦਾ। ਇਹਨਾਂ ਸਤਰਾਂ ਵਿੱਚ ਕਵੀ ਗੁਰੂ ਰੂਪ ਵਿੱਚ ਕਹਿੰਦਾ ਹੈ ਕਿ ਉਸਨੇ ਜ਼ੁਲਮ ਦੀ ਫਾਹੀ ਨੂੰ ਵੱਢ ਦੇਣਾ ਹੈ ਅਤੇ ਖਾਲਸੇ ਦਾ ਇੱਕ ਅਜਿਹਾ ਰੂਪ ਸ਼ਿੰਗਾਰਿਆ ਹੋਇਆ ਹੈ ਜੋ ਸ਼ਰਮ ਧਰਮ ਵਾਲਾ ਹੈ, ਚੰਗੇ ਕਰਮ ਕਰਨ ਵਾਲਾ ਹੈ।
मैं नवां रंग निखारिया खालसे दा। इस तरह मैं एक नवां रंग खालसे दा सिरज दिता है जो कि दूसरिਆਂ ਦਾ ਭਲਾ ਕਰਨ ਵਾਲਾ ਹੈ। ਪੰਜੇ ਬਾਣੀਆਂ ਦੇ ਨਾਲ ਨਿਵਾਜਿਆ ਮੈਂ ਪੰਜੇ ਦੇ ਕੇ ਕਕਾਰ ਅੱਜ ਖਾਲਸੇ ਨੂੰ। ਇਹਨਾਂ ਸਤਰਾਂ ਵਿੱਚ ਵੀ ਕਵੀ ਗੁਰੂ ਰੂਪ ਵਿੱਚ ਫਰਮਾਉਂਦਾ ਹੈ ਕਿ ਮੈਂ ਖਾਲਸੇ ਨੂੰ ਪੰਜ ਬਾਣੀਆਂ ਦੇ ਨਾਲ ਨਿਵਾਜ ਦਿੱਤਾ ਹੈ। ਪੰਜ ਹੀ ਕਕਾਰ ਖਾਲਸੇ ਨੂੰ ਦਿੱਤੇ ਹਨ, ਜਿਵੇਂ ਕਿ ਸਿੱਖ ਰਹਿਤ ਮਰਿਆਦਾ ਦੇ ਅਨੁਸਾਰ ਕੇਸ, ਕੰਘਾ, ਕੱਛਾ, ਕੜਾ, ਕਿਰਪਾਨ। ਇਹ ਖਾਲਸੇ ਨੂੰ ਪੰਜ ਕਕਾਰ ਪਹਿਨਣ ਲਈ ਕਿਹਾ ਗਿਆ ਹੈ। ਬਾਣੀ ਬਾਣੇ ਤੇ ਯੁੱਧ ਦੀ ਪਾਣ ਚਾੜੀ ਦੇ ਕੇ ਰਜਵਾਂ ਪਿਆਰ ਅੱਜ ਖਾਲਸੇ ਨੂੰ। ਅਤੇ ਇਸੇ ਤਰ੍ਹਾਂ ਖਾਲਸੇ ਨੂੰ ਰਜਵਾਂ ਪਿਆਰ ਦੇ ਕੇ ਬਾਣੀ ਅਤੇ ਪਹਿਰਾਵੇ ਦੀ ਯੁੱਧ ਦੀ ਪਾਣ ਉਸ ਨੂੰ ਚੜ੍ਹਾ ਦਿੱਤੀ ਹੈ। ਟੱਕਰ ਲਓ ਜੋ ਜ਼ੁਲਮ ਦੇ ਨਾਲ ਸੂਰਾ, ਯੁੱਧਾਂ ਵਿੱਚ ਮੈਂ ਉਸ ਦਾ ਸਾਥ ਦੇਣਾ। ਜਿਹੜਾ ਸੂਰਮਾ ਜ਼ੁਲਮਾਂ ਦੇ ਖਿਲਾਫ ਟੱਕਰ ਲਵੇਗਾ, ਉਸ ਯੁੱਧ ਦੇ ਵਿੱਚ ਮੈਂ ਉਸ ਦਾ ਸਾਥ ਦੇਣਾ ਹੈ। ਇੱਥੇ ਕਵੀ ਗੁਰੂ ਰੂਪ ਦੇ ਵਿੱਚ ਫਰਮਾ ਰਿਹਾ ਹੈ। ਲਾਲੋ ਦਲਿਤ ਗਰੀਬਾਂ ਦਾ ਸਾਥ ਦੇ ਕੇ ਜ਼ਾਲਮ ਭੂਪਾਂ ਨੂੰ ਹਰ ਪਲ ਮਾਤ ਦੇਣਾ। ਇਸ ਤਰ੍ਹਾਂ ਦੇ ਨਾਲ ਭਾਈ ਲਾਲੋ ਅਤੇ ਦਲਿਤ ਲੋਕਾਂ ਦੇ ਗਰੀਬਾਂ ਦਾ ਸਾਥ ਦੇ ਕੇ ਜ਼ਾਲਮ ਜ਼ਿਮੀਦਾਰ ਰਾਜਿਆਂ ਨੂੰ ਹਰ ਪਲ ਹਰਾ ਦੇਣਾ ਹੈ। ਇੱਕੋ ਬਾਟੇ ਵਿੱਚ ਅੰਮ੍ਰਿਤ ਤੁਸੀਂ ਛਕਿਆ, ਰਹੀ ਜਾਤ ਨਾ ਪਾਤ ਅੱਜ ਖਾਲਸੇ ਦੀ। ਇੱਥੇ ਗੁਰੂ ਰੂਪ ਦੇ ਵਿੱਚ ਖਾਲਸੇ ਨੂੰ ਸੰਬੋਧਨ ਕਰਦੇ ਹੋਏ ਕਵੀ ਲਿਖਦਾ ਹੈ ਕਿ ਇੱਕੋ ਬਾਟੇ ਦੇ ਵਿੱਚ ਸਿੰਘੋ ਤੁਸੀਂ ਅੰਮ੍ਰਿਤ ਛਕਿਆ ਹੈ ਅਤੇ ਹੁਣ ਜਾਤ ਨਾ ਪਾਤ ਖਾਲਸੇ ਦੀ ਕੋਈ ਵੀ ਜਾਤ ਨਹੀਂ ਰਹੀ, ਸਾਰੇ ਖਾਲਸੇ ਦੇ ਹੀ ਬਣ ਚੁੱਕੇ ਹੋ। ਇੱਕੋ ਰੂਪ ਸਰੂਪ ਅਤੇ ਧਰਮ ਇੱਕੋ। ਇਸ ਤਰ੍ਹਾਂ ਤੁਸੀਂ ਇੱਕੋ ਹੀ ਰੂਪ ਵਾਲੇ, ਸਰੂਪ ਵਾਲੇ ਅਤੇ ਧਰਮ ਵਾਲੇ ਹੋ। ਸਾਂਝੀ ਵਾਲਤਾ ਦਾਤ ਅੱਜ ਖਾਲਸੇ ਦੀ। ਅਤੇ ਇਸ ਤਰ੍ਹਾਂ ਦੇ ਨਾਲ ਖਾਲਸੇ ਦੇ ਵਿੱਚ ਸਾਂਝੀ ਵਾਲਤਾ ਦੀ ਬਖਸ਼ਿਸ਼ ਹੋ ਗਈ ਹੈ। ਮੁਨਕਰ ਜਦੋਂ ਅਸੂਲਾਂ ਤੋਂ ਪੰਥ ਹੋਇਆ, ਮੈਂ ਨਹੀਂ ਸਾਥ ਹੋਣਾ ਇਹ ਸਮਝ ਲੈਣਾ। ਖਾਲਸੇ ਨੂੰ ਸੰਬੋਧਨ ਕਰਦੇ ਹੋਏ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਉਹ ਇਹ ਸਮਝ ਲੈਣ ਕਿ ਜਦੋਂ ਤੁਸੀਂ ਅਸੂਲਾਂ ਤੋਂ ਇਸ ਪੰਥ ਨੂੰ ਅਲੱਗ ਕਰ ਦਿੱਤਾ, ਇਸ ਤੋਂ ਮੁਨਕਰ ਹੋ ਗਏ, ਤਾਂ ਮੈਂ ਤੁਹਾਡੇ ਨਾਲ ਸਾਥ ਨਹੀਂ ਹੋਣਾ। ਇਹ ਗੱਲ ਨੂੰ ਤੁਸੀਂ ਚੰਗੀ ਤਰ੍ਹਾਂ ਸਮਝ ਲਓ। ਮੇਰੀ ਹੋਂਦ ਹੈ ਸਿਧਾਂਤ ਦੇ ਸੱਚ ਅੰਦਰ। ਮੇਰੀ ਹੋਂਦ ਸੱਚ ਦੇ ਸਿਧਾਂਤ ਦੇ ਅੰਦਰ ਹੀ ਹੋਵੇਗੀ। ਲੱਭਣਾ ਹੋਊ ਇਹਨਾਂ 'ਚੋਂ ਰਮਝ ਲੈਣਾ। ਇਸ ਰਹੱਸ ਨੂੰ ਸਮਝ ਕੇ ਹੀ ਤੁਸੀਂ ਮੈਨੂੰ ਸਮਝ ਸਕਦੇ ਹੋ, ਮੈਨੂੰ ਪਾ ਸਕਦੇ ਹੋ, ਮੇਰਾ ਸਾਥ ਤੁਹਾਨੂੰ ਮਿਲ ਸਕਦਾ ਹੈ। ਕਿਰਤੀ ਕਾਮੇ ਤੇ ਗ੍ਰਹਿਸਤੀ ਸਦਾ ਵੱਡੇ, ਇਹਨਾਂ ਵਿੱਚ ਹੀ ਕਰਤਾ ਕਰਤਾਰ ਵਸਦਾ। ਖਾਲਸੇ ਨੂੰ ਗੁਰੂ ਰੂਪ ਵਿੱਚ ਹੀ ਸੰਬੋਧਨ ਕਰਦੇ ਹੋਏ ਕਵੀ ਆਖਦਾ ਹੈ ਕਿ ਕਿਰਤੀ ਕੰਮ ਕਰਨ ਵਾਲੇ, ਹੱਥੀਂ ਕੰਮ ਕਰਨ ਵਾਲੇ, ਕਾਮੇ ਅਤੇ ਗ੍ਰਹਿਸਤੀ ਹਮੇਸ਼ਾ ਹੀ ਵੱਡੇ ਰਹੇ ਹਨ। ਇਹਨਾਂ ਵਿੱਚ ਹੀ ਕਰਤਾ ਕਰਤਾਰ ਪਰਮਾਤਮਾ ਵਸਦਾ ਹੈ। ਕਿਰਤ ਕਰਤਾ ਰੂਪ ਕਰਤਾਰ ਬਣਦੀ। ਇਸ ਤਰ੍ਹਾਂ ਦੇ ਨਾਲ ਕੰਮ ਕਰਨਾ ਹੀ, ਕਿਰਤ ਜਿਹੜੀ ਹੈ ਉਹ ਹੀ ਪ੍ਰਭੂ ਦਾ ਰੂਪ ਬਣ ਜਾਂਦੀ ਹੈ। ਕਿਰਤ ਵਿੱਚ ਸ੍ਰਿਸ਼ਟੀ ਦਾ ਪਿਆਰ ਹੱਸਦਾ। ਇਸ ਤਰ੍ਹਾਂ ਕਿਰਤ ਦੇ ਵਿੱਚ ਹੀ ਉਸ ਕੁਦਰਤ ਦਾ ਪਿਆਰ ਹੱਸਦਾ ਨਜ਼ਰ ਆਉਂਦਾ ਹੈ। ਭਗਤੀ ਨਾਮ ਦੀ ਵਿੱਚੋਂ ਹੁਣ ਮਿਲੂ ਸ਼ਕਤੀ, ਦੇਊ ਹੌਸਲਾ ਨਵਾਂ ਕਿਰਪਾਨ ਮੇਰੀ। ਖਾਲਸੇ ਨੂੰ ਸੰਬੋਧਨ ਕਰਦੇ ਹੋਏ ਇੱਥੇ ਗੁਰੂ ਸਾਹਿਬ ਜੀ ਫਰਮਾਉਂਦੇ ਹਨ ਕਿ ਹੁਣ ਤੁਹਾਨੂੰ ਨਾਮ ਦੀ ਭਗਤੀ ਵਿੱਚੋਂ ਹੀ ਸ਼ਕਤੀ ਪ੍ਰਾਪਤ ਹੋਵੇਗੀ ਅਤੇ ਦੇਊ ਹੌਸਲਾ ਨਵਾਂ ਕਿਰਪਾਨ ਮੇਰੀ। ਹੁਣ ਮੇਰੇ ਕਿਰਪਾਨ ਤੁਹਾਨੂੰ ਹੌਸਲਾ ਦੇਵੇਗੀ। ਲੇਖੇ ਧਰਮ ਦੇ ਸੱਬੇ ਮੈਂ ਲਾ ਦੇਣੇ, ਸਾਰਾ ਘਰ ਪਰਿਵਾਰ ਤੇ ਜਾਨ ਮੇਰੀ। ਹੁਣ ਮੈਂ ਗੁਰੂ ਸਾਹਿਬ ਇਸ ਤਰ੍ਹਾਂ ਕਹਿੰਦੇ ਹਨ ਕਿ ਮੈਂ ਆਪਣਾ ਸਾਰਾ ਘਰ ਪਰਿਵਾਰ, ਆਪਣੀ ਜਾਨ ਇਸ ਧਰਮ ਦੇ ਲੇਖੇ ਹੀ ਲਾ ਦੇਣੀ ਹੈ। ਜੋ ਗੁਰੂ ਜੀ ਨੇ ਇਹ ਸਭ ਕੁਝ ਕਰਕੇ ਵੀ ਵਿਖਾਇਆ ਕਿ ਉਹਨਾਂ ਨੇ ਆਪਣਾ ਘਰ ਪਰਿਵਾਰ ਤੇ ਜਾਨ ਧਰਮ ਦੇ ਲੇਖੇ ਹੀ ਲਾ ਦਿੱਤੀ। ਸਾਰੇ ਧਰਮਾਂ ਦੇ ਚੰਗੇ ਜੋ ਤਰਕ ਲੈ ਕੇ ਮਹਿਲ ਸਿੱਖੀ ਦਾ ਅਸੀਂ ਉਸਾਰਿਆ ਹੈ। ਖਾਲਸੇ ਨੂੰ ਸੰਬੋਧਨ ਕਰਦੇ ਹੋਏ ਗੁਰੂ ਸਾਹਿਬ ਜੀ ਫਰਮਾਉਂਦੇ ਹਨ ਕਿ ਸਾਰੇ ਧਰਮਾਂ ਦੇ ਵਿੱਚੋਂ ਚੰਗੇ ਚੰਗੇ ਤਰਕ ਲੈ ਕੇ ਅਸੀਂ ਸਿੱਖੀ ਦਾ ਮਹਿਲ ਉਸਾਰਿਆ ਹੈ, ਇਸ ਨੂੰ ਬਣਾਇਆ ਹੈ, ਇਸ ਦੀ ਸਿਰਜਣਾ ਕੀਤੀ ਹੈ। ਮੀਰੀ ਪੀਰੀ ਦੇ ਨਵੇਂ ਵਿੱਚ ਰੰਗ ਭਰ ਕੇ, ਇਹਨਾਂ ਵਿੱਚ ਭਗਤੀ ਅਤੇ ਸ਼ਕਤੀ ਦੇ ਨਵੇਂ ਰੰਗ ਭਰ ਕੇ ਅੱਜ ਮੈਂ ਖਾਲਸਾ ਨਵਾਂ ਉਭਾਰਿਆ ਹੈ। ਇਸ ਤਰ੍ਹਾਂ ਨਵੇਂ ਖਾਲਸੇ ਦੀ ਸਿਰਜਣਾ ਕੀਤੀ ਹੈ, ਜਿਸ ਦੇ ਵਿੱਚ ਭਗਤੀ ਦੇ ਨਾਲ ਨਾਲ ਸ਼ਕਤੀ ਵੀ ਹੈ। ਝੋਲੀ ਪਾਇਆ ਮੈਂ ਖਾਲਸਾ ਪੰਥ ਥੋੜੀ, ਇਹਦੀ ਖਾਲਸਾ ਜੀ ਸਾਂਭ ਸੰਭਾਲ ਕਰਨੀ। ਇੱਥੇ ਖਾਲਸੇ ਨੂੰ ਸੰਬੋਧਨ ਕਰਦੇ ਹੋਏ ਗੁਰੂ ਸਾਹਿਬ ਜੀ ਫਰਮਾਉਂਦੇ ਹਨ ਕਿ ਮੈਂ ਇਹ ਖਾਲਸਾ ਪੰਥ ਤੁਹਾਡੀ ਝੋਲੀ ਦੇ ਵਿੱਚ ਪਾ ਦਿੱਤਾ ਹੈ, ਤੁਸੀਂ ਹੀ ਇਸ ਦੀ ਸੰਭਾਲ ਕਰਨੀ ਹੈ। ਇਸ ਦੀ ਸੋਚ ਵਿੱਚ ਸੱਜਰੇ ਫੁੱਲ ਧਰਨੇ, ਇਹਦੇ ਬਦਨ ਵਿੱਚ ਸੁੱਚੀ ਖੁਸ਼ਬੂ ਭਰਨੀ। ਤੁਸੀਂ ਇਸ ਦੀ ਸੰਭਾਲ ਕਰਦੇ ਹੋਏ ਇਸ ਨੂੰ ਕਾਇਮ ਰੱਖਣਾ ਹੈ ਅਤੇ ਇਸ ਦੀ ਸੋਚ ਵਿੱਚ ਤਾਜ਼ੇ ਫੁੱਲ
ਰੱਖਣੇ ਹਨ, ਭਾਵ ਇਸ ਦੀ ਸੋਚ ਨੂੰ ਹਮੇਸ਼ਾ ਤਾਜ਼ਾ ਬਣਾ ਕੇ ਰੱਖਣਾ ਹੈ। ਵਿਦਿਆਰਥੀਓ, ਇਹ ਸੀ ਪਵਨ ਹਰਚੰਦਪੁਰੀ ਦੀ ਕਵਿਤਾ ਗੁਰੂ ਉਪਦੇਸ਼। ਅਸੀਂ ਆਪਣੇ ਅਗਲੇ ਵੀਡੀਓ ਵਿੱਚ ਫਿਰ ਮਿਲਾਂਗੇ। ਤਦ ਤੱਕ ਧੰਨਵਾਦ, ਸ਼ੁਕਰੀਆ।